ਮੌਜੂਦਾ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਕੁਝ ਜਿਹੜੀ ਹੈ ਹੇਰ-ਫੇਰ ਕੀਤੀ ਹੈ, ਜਿਸ ਨੂੰ ਲੈ ਕੇ ਇਹਨਾਂ ਨੇ ਇੱਕ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਹੈ, ਉਹਨਾਂ ਨੇ ਜਿਹੜੀਆਂ ਨਵੀਆਂ ਹੁਣ ਬੋਲੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਹੋ ਰਹੀਆਂ ਨੇ, ਉਹਦੇ 'ਚ ਜਿਹੜੀਆਂ ਸ਼ਡਿਊਲ ਕਾਸਟ ਲੋਕਾਂ ਦੇ ਲਈ ਵੱਖਰੇ ਤੌਰ ਤੇ ਵੱਖਰੀਆਂ ਮਿਤੀਆਂ ਨੂੰ ਵੱਖਰੀਆਂ ਥਾਵਾਂ ਤੇ ਜਿਹੜੀ ਬੋਲੀ ਜਿਹੜੀ ਚੁਕੌਤੇ ਤੇ ਫਸਲ ਜ਼ਮੀਨ ਲੈਂਦੇ ਸੀਗੇ ਉਹ ਰੱਖਿਆ ਜਾਂਦਾ ਸੀਗਾ, ਉਹਨੂੰ ਬਿਲਕੁਲ ਹੀ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਮਨਫੀ ਕਰ ਦਿੱਤਾ ਹੈ। ਜਿਹੜਾ ਹੈਗਾ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਰੂਲਸ 1964 ਹੈ, ਉਹਦੇ 'ਚ ਧਾਰਾ ਜਿਹੜਾ ਨਿਯਮ ਹੈ 6(1)A ਦੇ ਤਹਿਤ ਇਹ ਪ੍ਰਾਵਧਾਨ ਕੀਤਾ ਗਿਆ ਸੀਗਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਠੇਕੇ ਵਾਲੀ ਜ਼ਮੀਨ ਜਿਹੜੀ ਸ਼ਾਮਲਾਟ ਜ਼ਮੀਨ ਹੈ ਜਦੋਂ ਚੁਕੌਤੇ ਤੇ ਦੇਣੀ ਹੈ, ਜਦੋਂ ਠੇਕੇ ਤੇ ਦੇਣੀ ਹੈ ਤਾਂ ਉਹਦੇ 'ਚੋਂ ਤੀਜਾ ਹਿੱਸਾ ਭਾਵ ਜੇ 100 ਕਿੱਲਾ ਜ਼ਮੀਨ ਹੈ ਤਾਂ ਉਹਦਾ 33 ਕਿੱਲੇ ਔਰ ਉਹ ਜਿਹੜਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣੀ ਹੈ। ਇਹ ਸਿਸਟਮ ਹੈ, ਕਾਨੂੰਨ ਹੈ, ਸੋ ਇਹਨੂੰ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸਰਕਾਰ ਇਹ ਨੋਟੀਫਿਕੇਸ਼ਨ ਜਿਹੜਾ 2018 ਵਾਲਾ ਇਹਨੂੰ ਰਿਵਾਈਵ ਕਰੇ ਔਰ ਉਹੀ ਧਾਰਾਵਾਂ ਜਿਹੜੀਆਂ ਸੀਗੀਆਂ ਉਹੀ ਇੰਸਟਰਕਸ਼ਨ ਸੀਗੀਆਂ ਉਹਨੂੰ ਲਾਗੂ ਕਰੇ। ਜਦੋਂ ਰੂਲ ਬਣਿਆ, ਐਕਟ ਬਣਿਆ ਤਾਂ ਤੀਜਾ ਹਿੱਸਾ ਸਾਨੂੰ ਮਿਲਣਾ ਚਾਹੀਦਾ। ਤੁਹਾਡੀ ਅਰਥ ਵਿਵਸਥਾ ਤੇ ਸਭ ਕੁਝ ਖੜਿਆ। ਜੇ ਅੱਜ ਤੁਹਾਡੀ ਅਰਥ ਵਿਵਸਥਾ ਡਾਵਾਂਡੋਲ ਹੈ, ਤੁਸੀਂ ਬਹੁਤ ਨਿਚਲੇ ਪਾਇਦਾਨ ਤੇ ਚਲੇ ਗਏ ਹੋ। ਦੇਖੋ ਕਨਸਟੀਟਿਊਸ਼ਨ ਨੇ ਵੀ ਅਪਲਿਫਟ ਕਰਨ ਲਈ ਸਾਨੂੰ ਫੰਡਾਮੈਂਟਲ ਰਾਈਟਸ ਦਿੱਤੇ, ਸਾਨੂੰ ਜਗ੍ਹਾ ਜਗ੍ਹਾ ਕੁਆਲੀਫਿਕੇਸ਼ਨ, ਸਾਨੂੰ ਐਜੂਕੇਸ਼ਨ ਦੇ ਵਿੱਚ, ਸਾਨੂੰ ਨੌਕਰੀਆਂ 'ਚ ਸਾਨੂੰ ਅਪਲਿਫਟ ਕਰਨ ਲਈ ਪ੍ਰਾਵਧਾਨ ਦਿੱਤਾ। ਤਾਂ ਫਿਰ ਕਿਉਂ ਨਹੀਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਲਾਗੂ ਹੁੰਦੀਆਂ ਕਿ ਜਿਹੜਾ ਗਰੀਬ ਬੰਦਾ ਦਿਹਾੜੀ ਮਜ਼ਦੂਰ ਕਰ ਰਿਹਾ ਕਿ ਉਹ ਵੀ 2 ਡੰਗਰ ਆਪਣੇ ਰੱਖ ਲੇ, ਉਹ ਵੀ 2 ਮੱਝਾਂ ਗਾਵਾਂ ਰੱਖ ਲੇ ਆਪਣੀਆਂ, ਉਹ ਵੀ ਕੋਈ ਇਦਾਂ ਦਾ ਪਸ਼ੂ ਪਾਲਣ ਦਾ ਕੋਈ ਸਿਸਟਮ ਲਾਗੂ ਕਰ ਲੇ ਔਰ ਉਹਦੇ ਲਈ ਉਹਨੂੰ ਜ਼ਮੀਨ ਜਿਹੜੀ ਮਿਲ ਜੇ, ਸਾਂਝੀ ਖੇਤੀ ਲਈ ਮਿਲ ਜੇ, ਚਾਹੇ ਉਹਨੂੰ ਕਾਮਨ ਉਹ ਬੰਦਾ ਲੈ ਲੇ ਉਹ, ਤੇ ਉਹ ਕਿਉਂ ਨਹੀਂ ਉੱਥੇ ਜ਼ਮੀਨ ਤੇ ਕੱਖ ਬੀਜ ਸਕਦਾ, ਜ਼ਮੀਨ ਤੇ ਕਿਉਂ ਨਹੀਂ ਆਪਣੀ ਸਾਲ ਜੋਗੀ ਫਸਲ ਬੀਜ ਸਕਦਾ, ਜ਼ਮੀਨ ਤੇ ਕਿਉਂ ਨਹੀਂ ਉਹ ਆਪਣੇ ਦਾਣੇ ਆਪਣੀ ਜੀਰੀ ਕਰ ਸਕਦਾ ਤਾਂ ਕਿ ਉਹ ਵੀ ਬਾਕੀ ਵਰਗਾਂ ਦੇ ਵਾਂਗ ਉਹ ਵੀ ਆਪਣਾ ਪੇਟ ਭਰ ਕੇ ਆਪਣਾ ਗੁਜ਼ਾਰਾ ਕਰ ਸਕੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਪੰਜਾਬ ਦੇ ਵਿੱਚ ਸ਼ਡਿਊਲ ਕਾਸਟਾਂ ਨਾਲ ਜਿਹੜਾ ਕਾਫੀ ਜ਼ਿਆਦਾ ਧੱਕਾ ਹੁੰਦਾ ਹੈ, ਉਸ ਨੂੰ ਲੈ ਕੇ ਹਮੇਸ਼ਾ ਆਵਾਜ਼ ਚੱਕਦੇ ਨੇ ਜਤਿੰਦਰ ਮੱਟੂ ਜੀ। ਅੱਜ ਸਾਡੇ ਨਾਲ ਇੱਕ ਖਾਸ ਮੁੱਦੇ ਦੀ ਚਰਚਾ ਕਰਨ ਆਏ ਨੇ। ਜੇਕਰ ਗੱਲ ਕੀਤੀ ਹੈ ਪੰਚਾਇਤੀ ਜ਼ਮੀਨਾਂ ਦੀ, ਤਾਂ ਮੌਜੂਦਾ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਕੁਝ ਜਿਹੜੀ ਹੈ ਹੇਰ-ਫੇਰ ਕੀਤੀ ਹੈ, ਜਿਸ ਨੂੰ ਲੈ ਕੇ ਇਹਨਾਂ ਨੇ ਇੱਕ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕਿਹੜਾ ਮੁੱਦਾ ਜੀ ਉਹ ਜਿਹੜਾ ਤੁਸੀਂ ਹੁਣ ਚੁੱਕ ਰਹੇ ਹੋ ਪੰਚਾਇਤੀ ਜ਼ਮੀਨ ਵਾਲਾ ਜੀ? ਸਭ ਤੋਂ ਪਹਿਲਾਂ D5 ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਖਬੀਰ, ਇੱਦਾਂ ਹੈਗਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਲੋਕਾਂ ਨੇ ਅੱਕੇ ਹੋਏ ਥੱਕੇ ਹੋਏ ਲੋਕਾਂ ਨੇ, ਇੱਕ ਆਮ ਆਵਾਮ ਨੇ ਇੱਕ ਨਵੀਂ ਪਾਰਟੀ ਜਿਹੜੀ ਹੈਗੀ ਸੱਤਾ 'ਚ ਲਿਆਉਂਦੀ ਹੈ ਅਤੇ ਸੁਪਨੇ ਸੀ ਲੋਕਾਂ ਦੇ ਕੁਛ ਕਿ ਨਵੀਂ ਪਾਰਟੀ ਆਊਗੀ ਅਤੇ ਸਾਡੇ ਰਾਈਟਸ ਨੂੰ ਪ੍ਰੋਟੈਕਟ ਕਰੂਗੀ, ਸਾਨੂੰ ਹਰ ਵਰਗ ਨੂੰ ਜਿਹੜਾ ਉਹਦਾ ਬਣਦਾ ਹਿੱਸਾ ਹੈਗਾ ਉਹ ਮਿਲੂਗਾ। ਹੁਣ ਮੈਂ ਤੁਹਾਨੂੰ ਅੱਜ ਦੀ ਇਸ ਜਿਹੜੀ ਵੀਡੀਓ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਇਹਨਾਂ ਦਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਹੈ, ਉਹਨਾਂ ਨੇ ਜਿਹੜੀਆਂ ਨਵੀਆਂ ਹੁਣ ਬੋਲੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਹੋ ਰਹੀਆਂ ਨੇ, ਉਹਦੇ 'ਚ ਜਿਹੜੀਆਂ ਸ਼ਡਿਊਲ ਕਾਸਟ ਲੋਕਾਂ ਦੇ ਲਈ ਵੱਖਰੇ ਤੌਰ ਤੇ ਵੱਖਰੀਆਂ ਮਿਤੀਆਂ ਨੂੰ ਵੱਖਰੀਆਂ ਥਾਵਾਂ ਤੇ ਜਿਹੜੀ ਬੋਲੀ ਜਿਹੜੀ ਚੁਕੌਤੇ ਤੇ ਫਸਲ ਜ਼ਮੀਨ ਲੈਂਦੇ ਸੀਗੇ ਉਹ ਰੱਖਿਆ ਜਾਂਦਾ ਸੀਗਾ, ਉਹਨੂੰ ਬਿਲਕੁਲ ਹੀ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਮਨਫੀ ਕਰ ਦਿੱਤਾ। ਅਤੇ ਪਹਿਲਾਂ ਕੀ ਸੀਗਾ ਕਿ ਜ਼ਿਆਦਾਤਰ ਜਿਹੜੀਆਂ ਡੰਮੀ ਬੋਲੀਆਂ ਜਿਹੜੀਆਂ ਹੈਗੀਆਂ ਜ਼ਿਮੀਂਦਾਰ ਸੀਗੇ ਜਿਨ੍ਹਾਂ ਕੋਲ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਨੇ ਦੱਬੀਆਂ ਹੋਈਆਂ ਨੇ, ਤਾਂ ਉਹ ਕੀ ਕਰਦੇ ਸੀ ਕਿ ਜਿਹੜਾ ਵੀ ਬੰਦਾ ਉਹਨਾਂ ਦੇ ਨਾਲ ਨੌਕਰ ਹੈ, ਉਹਨਾਂ ਦੇ ਨਾਲ ਉਹਨਾਂ ਦਾ ਸੀਰੀ ਹੈ, ਪੱਕੇ ਤੌਰ ਤੇ ਕੰਮ ਕਰ ਰਿਹਾ, ਉਹ ਗਰੀਬ ਹੈ, ਲਤਾੜਿਆ ਹੋਇਆ ਮਾਰਿਆ ਹੋਇਆ, ਤਾਂ ਉਹ ਬੰਦਿਆਂ ਨੂੰ ਖੜ੍ਹੇ ਕਰਕੇ ਜਿਹੜੀਆਂ ਹੈਗੀਆਂ ਵੱਡੀਆਂ ਵੱਡੀਆਂ ਬੋਲੀਆਂ ਹਥਿਆ ਲੈਂਦੇ ਸੀ, ਵੱਡੀਆਂ ਵੱਡੀਆਂ ਥਾਵਾਂ ਹਥਿਆ ਲੈਂਦੇ ਸੀ ਔਰ ਅਸਲ 'ਚ ਜਿਹਦਾ ਹੱਕ ਸੀਗਾ ਉਹਨੂੰ ਨਹੀਂ ਮਿਲਦਾ ਸੀਗਾ। ਉਹ ਹੱਕ ਟੇਢੇ ਢੰਗ ਨਾਲ ਜਿਹੜਾ ਹੈਗਾ ਜ਼ਿਮੀਂਦਾਰ ਕੋਲ ਹੀ ਫਿਰ ਚਲਾ ਜਾਂਦਾ ਸੀਗਾ, ਧਨਾੜ ਬੰਦੇ ਕੋਲ ਚਲਾ ਜਾਂਦਾ ਸੀ। ਤਾਂ ਗੌਰਮੈਂਟ ਨੇ, ਕਾਂਗਰਸ ਸਰਕਾਰ ਨੇ 2018 ਦੇ ਵਿੱਚ ਜਿਹੜਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇੱਕ ਸਿਸਟਮ ਕੀਤਾ ਸੀ ਕਿ ਨੰਬਰ 1 ਤਾਂ ਜਿਹੜਾ ਹੈਗਾ ਜਿਹੜੀ ਹੈਗੀ ਬੋਲੀ ਹੈ ਉਹ ਕੋਈ ਵੀ ਨੌਕਰ ਕਿਸੇ ਜ਼ਿਮੀਂਦਾਰ ਦਾ, ਧਨਾੜ ਬੰਦੇ ਦਾ ਜਾਂ ਸੀਰੀ ਹੈ ਉਹਦਾ ਜਾਂ ਪੱਕਾ ਨੌਕਰ ਹੈ, ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ, ਉਹ ਬੋਲੀ ਨਹੀਂ ਦੇ ਪਾਊਗਾ। ਔਰ ਬੋਲੀ ਉਹ ਤਾਂ ਦੇ ਪਾਊਗਾ ਜੇ ਕਿਸੇ ਨੌਕਰ ਨੇ ਵੀ ਜ਼ਮੀਨ ਲੈ ਕੇ ਆਪਣੀ ਖੇਤੀਬਾੜੀ ਕਰਨੀ ਆ ਜਿਹੜੀ ਠੇਕੇ 'ਤੇ, ਤਾਂ ਉਹਦੇ ਲਈ ਪੂਰੇ ਪਿੰਡ ਦੇ ਭਾਈਚਾਰੇ ਤੋਂ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਕਿ ਹਾਂ ਇਹ ਬੰਦਾ ਬੋਲੀ ਦੇ ਸਕਦਾ। ਕਿਉਂਕਿ ਪਹਿਲਾਂ ਇਸ ਤਰ੍ਹਾਂ ਦੇ ਲੜਾਈਆਂ ਝਗੜੇ ਔਰ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਸਾਡੇ ਸ਼ਡਿਊਲ ਕਾਸਟਾਂ ਦਾ ਹੱਕ ਸੀ ਜਿਹੜਾ ਉਹ ਇੱਕ ਵੱਡੇ ਪੂੰਜੀਪਤੀ ਧਨਾੜ ਲੋਕ ਹਥਿਆ ਕੇ ਲੈ ਜਾਂਦੇ ਸੀ ਟੇਢੇ ਢੰਗ ਨਾਲ। ਤਾਂ ਗੌਰਮੈਂਟ ਨੇ ਉਦੋਂ ਦੀ ਨੇ ਇਹ ਇੱਕ ਰੂਟ ਬਣਾਇਆ ਕਿ ਜਿਹਦਾ ਹੱਕ ਹੈ ਉਹ ਅਸਲ 'ਚ ਉਹਦੇ ਕੋਲ ਜਾਣਾ ਚਾਹੀਦਾ। ਸੋ ਮੈਂ ਤੁਹਾਨੂੰ ਆਹ ਨੋਟੀਫਿਕੇਸ਼ਨ ਜਿਹੜਾ ਪੁਰਾਣਾ 2018 ਦਾ ਨੋਟੀਫਿਕੇਸ਼ਨ ਹੈ ਉਹ ਦਿਖਾਉਣਾ ਚਾਹੁੰਦਾ ਕਿ ਇਹਦੇ ਵਿੱਚ ਪਹਿਲੇ ਪੁਆਇੰਟ ਤੋਂ ਹੀ ਲਿਖਿਆ ਸੀ ਕਿ
ਤੀਜਾ ਹਿੱਸਾ ਜਿਹੜੀ ਜ਼ਮੀਨ ਹੈ ਅਨੁਸੂਚਿਤ ਜਾਤੀਆਂ ਨੂੰ ਦਿੱਤੀ ਜਾਣੀ ਹੈ। ਔਰ ਨੰਬਰ 2 ਤੇ ਪਿੰਡ ਦੇ ਕਿਸੇ ਵੀ ਅਨੁਸੂਚਿਤ ਜਾਤੀ ਦੇ ਮੈਂਬਰ ਜਿਹੜਾ ਹੈਗਾ ਰਾਖਵੀਂ ਜ਼ਮੀਨ ਦਾ ਕੁੱਲ ਜਿਹੜਾ ਹੈਗਾ ਤੀਜਾ ਹਿੱਸਾ ਦੀ ਬੋਲੀ ਲੋਕਾਂ ਦੀ ਹਾਜ਼ਰੀ 'ਚ ਅਲੱਗ ਮਿਤੀ ਅਤੇ ਅਲੱਗ ਸਮੇਂ 'ਤੇ ਕੀਤੀ ਜਾਵੇ। ਇਹ ਨੋਟੀਫਿਕੇਸ਼ਨ ਦੇ ਵਿੱਚ ਸੀਗਾ। ਔਰ ਕਿਸੇ ਵੀ ਜਿਹੜਾ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀ ਹੈ, ਕਿਸੇ ਦਾ ਨੌਕਰ ਹੈ, ਸੀਰੀ ਹੈ, ਪਾਲੀ ਹੈ, ਉਹ ਬੋਲੀ ਨਹੀਂ ਦੇ ਸਕਦਾ ਜਦੋਂ ਤੱਕ ਪਿੰਡ ਦਾ ਬੰਦਾ ਜਿਹੜਾ ਹੈਗਾ, ਪਿੰਡ ਦਾ ਭਾਈਚਾਰਾ ਉਹਨੂੰ ਜਿਹੜਾ ਹੈਗਾ ਆਸ਼ਵਾਸਨ ਉਹਦੀ ਤਸੱਲੀ ਨਹੀਂ ਹੋ ਜਾਂਦੀ। ਸੋ ਹੁਣ ਨਵੀਆਂ ਜਿਹੜੀਆਂ ਨੋਟੀਫਿਕੇਸ਼ਨ ਨੇ ਆ 2022 ਦੀਆਂ 10/3/22 ਦੀਆਂ ਹੈਗੀਆਂ ਨੇ ਔਰ ਜਿਹੜੀਆਂ ਹੁਣ ਲਾਗੂ ਹੋਈਆਂ ਨੇ, ਇਹਦੇ 'ਚ ਉਹ ਚੀਜ਼ਾਂ ਬਿਲਕੁਲ ਹੀ ਹਟਾ ਦਿੱਤੀਆਂ ਗਈਆਂ ਨੇ। ਔਰ ਸੁਣਨੇ ਦੇ ਵਿੱਚ ਇਹ ਆਇਆ ਹੈਗਾ ਸਾਨੂੰ ਕਿ ਵਰਬਲੀ ਕਿਹਾ ਜਾ ਰਿਹਾ ਕਿ ਅੱਜ ਮੈਂ ਜਿਹੜੇ ਸਾਡੇ ਪੰਜਾਬ ਦੇ ਪੰਚਾਇਤ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਜੀ, ਉਹਨਾਂ ਦਾ ਬਿਆਨ ਕਿਤੇ ਪੜ੍ਹ ਰਿਹਾ ਸੀਗਾ ਕਿ ਅਸੀਂ ਜਿੱਥੇ ਜਿੱਥੇ ਲੋੜ ਹੈ ਉੱਥੇ ਕਹਿ ਦਿੱਤਾ ਕਿ ਇੱਥੇ ਬੋਲੀ ਕਰਾ ਲਓ। ਲੋੜ ਦੀ ਗੱਲ ਨਹੀਂ, ਇਹ ਸਾਡਾ ਹਿੱਸਾ ਬਣਦਾ ਹੈ ਸਰਕਾਰ ਦੇ ਵਿੱਚ ਔਰ ਪੰਜਾਬ ਦੇ ਵਿੱਚ। ਅਸੀਂ ਪੰਜਾਬ ਦੇ ਵਿੱਚ ਨੀਅਰ ਅਬਾਊਟ 90 ਲੱਖ ਦੇ ਅਕੋਰਡਿੰਗ ਟੂ 2011 ਸੈਂਸਸ 90 ਲੱਖ ਸਾਡੀ ਆਬਾਦੀ ਹੈ ਪੰਜਾਬ ਦੇ ਵਿੱਚ, 90,000 ਦੀ ਗਿਣਤੀ ਹੈ ਸਾਡੀ। ਤਾਂ ਕੀ 90 ਲੱਖ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਇੱਦਾਂ ਹੀ ਲਾਈਟਲੀ ਲਾ ਲਓਗੇ ਕਿ ਜਿੱਥੇ ਲੋੜ ਹੈ ਕਰਾ ਲਓ ਜੀ? ਉਹਦੇ ਲਈ ਬਕਾਇਦਾ ਪ੍ਰਾਵਧਾਨ ਹੋਣਾ ਚਾਹੀਦਾ, ਬਕਾਇਦਾ ਇੱਕ ਸਿਸਟਮ ਹੋਣਾ ਚਾਹੀਦਾ, ਜਿਸ ਤਰ੍ਹਾਂ ਪਹਿਲਾਂ 2018 ਦਾ ਨੋਟੀਫਿਕੇਸ਼ਨ ਸੀ। ਸੋ ਅਸੀਂ ਡਾਕਟਰ ਅੰਬੇਦਕਰ ਕਰਮਚਾਰੀ ਮਹਾਸੰਘ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ, ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੂੰ ਔਰ ਮਾਣਯੋਗ ਸਾਡੇ ਜਿਹੜੇ ਪੰਚਾਇਤ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਜੀ, ਉਹਨਾਂ ਨੂੰ ਮੈਂ ਆਪਣੇ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਇਹ ਡਿਮਾਂਡ ਔਰ ਮੰਗ ਔਰ ਹੱਕ ਇਹ ਰੱਖਣਾ ਚਾਹੁੰਦਾ ਕਿ ਇਹ ਹੱਕ ਅਨੁਸੂਚਿਤ ਜਾਤੀਆਂ ਦਾ ਬਣਦਾ ਹੈ। ਉਹਨਾਂ ਨੂੰ ਬੋਲੀਆਂ ਵੱਖਰੀ ਥਾਵਾਂ 'ਤੇ ਔਰ ਵੱਖਰੀਆਂ ਤਰੀਕਾਂ ਨਾਲ ਆਮ ਜਿਹੜੀ ਬੋਲੀ ਹੋ ਰਹੀ ਹੈ, ਕਾਮਨ ਬੋਲੀ ਹੋ ਰਹੀ ਹੈ, ਉਹਦੇ ਵਿੱਚ ਨਾ ਘਸੋੜਿਆ ਜਾਵੇ। ਉੱਥੇ ਫਿਰ ਰਸੂਖਦਾਰ ਔਰ ਜਿਹੜੇ ਧਨਾੜ ਲੋਕ ਨੇ ਫਿਰ ਦਬਕਾ ਮਾਰ ਕੇ ਜਾਂ ਆਪਣੀ ਪਹੁੰਚ ਦਾ ਬਲਬੂਤੇ 'ਤੇ ਉੱਥੇ ਫਿਰ ਸਾਡੇ ਤੋਂ ਜਿਹੜੀਆਂ ਸਾਡੇ ਅਨੁਸੂਚਿਤ ਜਾਤੀ ਦੀਆਂ ਜ਼ਮੀਨਾਂ 'ਤੇ ਜਿਹੜਾ ਸਾਡਾ ਹੱਕ ਹੈ ਉਹ ਖੁੱਸ ਜਾਣਾ ਕਿਤੇ ਨਾ ਕਿਤੇ। ਔਰ ਫਿਰ ਕਿਤੇ ਨਾ ਕਿਤੇ ਜਾ ਕੇ ਸਾਡੇ ਲੋਕ ਜਿਹੜੇ ਮਾੜੀ ਮੋਟੀ ਕਿਤੇ ਸ਼ੁਰੂਆਤ ਹੋਈ ਹੈ ਕਿ ਇਹਨਾਂ ਲੋਕਾਂ ਨੂੰ ਤੀਜੇ ਹਿੱਸੇ ਦੀ ਜ਼ਮੀਨ, ਕਿਉਂਕਿ ਜਿਹੜਾ ਹੈਗਾ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਰੂਲਸ 1964 ਹੈ, ਉਹਦੇ 'ਚ ਧਾਰਾ ਜਿਹੜਾ ਨਿਯਮ ਹੈ 6(1)A ਦੇ ਤਹਿਤ ਇਹ ਪ੍ਰਾਵਧਾਨ ਕੀਤਾ ਗਿਆ ਸੀਗਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਠੇਕੇ ਵਾਲੀ ਜ਼ਮੀਨ ਜਿਹੜੀ ਸ਼ਾਮਲਾਟ ਜ਼ਮੀਨ ਹੈ ਜਦੋਂ ਚੁਕੌਤੇ 'ਤੇ ਦੇਣੀ ਹੈ, ਜਦੋਂ ਠੇਕੇ 'ਤੇ ਦੇਣੀ ਹੈ ਤਾਂ ਉਹਦੇ 'ਚੋਂ ਤੀਜਾ ਹਿੱਸਾ ਭਾਵ ਜੇ 100 ਕਿੱਲਾ ਜ਼ਮੀਨ ਹੈ ਤਾਂ ਉਹਦਾ 33 ਕਿੱਲੇ ਔਰ ਉਹ ਜਿਹੜਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣੀ ਹੈ। ਇਹ ਸਿਸਟਮ ਹੈ, ਕਾਨੂੰਨ ਹੈ। ਸੋ ਇਹਨੂੰ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸੋ ਇੱਕ ਤਾਂ ਸਰਕਾਰ ਇਹ ਨੋਟੀਫਿਕੇਸ਼ਨ ਜਿਹੜਾ 2018 ਵਾਲਾ ਇਹਨੂੰ ਰਿਵਾਈਵ ਕਰੇ ਔਰ ਉਹੀ ਧਾਰਾਵਾਂ ਜਿਹੜੀਆਂ ਸੀਗੀਆਂ, ਉਹੀ ਇੰਸਟਰਕਸ਼ਨ ਸੀਗੀਆਂ, ਉਹਨੂੰ ਲਾਗੂ ਕਰੇ। ਨੰਬਰ 2 ਤੇ ਮੈਂ ਇਹ ਗੱਲ ਕਰਨੀ ਚਾਹੂੰਗਾ ਸੁਖਬੀਰ ਕਿ ਅੱਜ ਪੰਜਾਬ ਸਰਕਾਰ ਨੇ ਇੱਕ ਬਹੁਤ ਸੋਹਣਾ ਉਪਰਾਲਾ ਇਹ ਕੀਤਾ। ਚਲੋ ਨਾਲ ਜਿਹੜਾ ਕੰਮ ਚੰਗਾ ਕਰਦੀ ਹੈ ਸਰਕਾਰ ਤਾਂ ਉਹਦੀ ਤਾਰੀਫ ਵੀ ਕਰਨੀ ਬਣਦੀ ਹੈ। ਸਰਕਾਰ ਨੇ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਛਡਾਉਣ, ਜਿਹੜਾ ਰਸੂਖਦਾਰ ਲੋਕਾਂ ਕੋਲ ਦੱਬੀਆਂ ਹੋਈਆਂ ਜ਼ਮੀਨਾਂ ਜਿਹੜੀਆਂ 36,000 ਏਕੜ ਜਿਹੜੀ ਹੈਗੀ ਆ ਰਸੂਖਦਾਰ ਲੋਕਾਂ ਨੇ ਦੱਬੀ ਹੋਈ ਜ਼ਮੀਨ ਹੈ, ਉਹਨੂੰ ਛਡਾਉਣ ਦਾ ਜਿਹੜਾ ਹੀਆ ਕੀਤਾ। ਸੋ ਬਹੁਤ ਸੋਹਣਾ ਉਪਰਾਲਾ ਹੈ, ਇਹਦੀ ਅਸੀਂ ਤਾਰੀਫ ਵੀ ਕਰਦੇ ਹਾਂ। ਔਰ ਨਾਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਤੋਂ ਔਰ ਸਾਡੇ ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ ਤੋਂ ਇਹ ਮੰਗ ਰੱਖਾਂਗੇ ਕਿ ਹੁਣ ਤੁਸੀਂ ਪੰਜਾਬ ਦੇ ਵਿੱਚ 5,365 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਛਡਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਔਰ ਉਹਦੇ 'ਚ ਸਾਡਾ 1,600 ਏਕੜ ਸਾਡਾ ਹਿੱਸਾ ਬਣਦਾ ਹੈ। ਤੇ ਜਿਹੜਾ ਤੀਜਾ ਹਿੱਸਾ ਜ਼ਮੀਨ ਸਾਡੀ 1,600 ਏਕੜ ਦੇ ਕਰੀਬ ਬਣਦੀ ਹੈ। ਤਾਂ ਉਹ ਕਾਈਂਡਲੀ ਜਿਹੜੀ ਸਾਡੇ ਸ਼ਡਿਊਲ ਕਾਸਟ ਲੋਕਾਂ ਨੂੰ, ਅਨੁਸੂਚਿਤ ਜਾਤੀ ਲੋਕਾਂ ਨੂੰ, ਦੱਬੇ ਹੋਏ ਲੋਕਾਂ ਨੂੰ, ਮਿੱਧੇ ਹੋਏ ਲੋਕਾਂ ਨੂੰ, ਮਾਰੇ ਹੋਏ ਲਤਾੜੇ ਹੋਏ ਲੋਕਾਂ ਨੂੰ ਅਪਲਿਫਟ ਕਰਨ ਦੇ ਲਈ ਕਾਈਂਡਲੀ ਉਹਨੂੰ ਵੱਖਰੇ ਤੌਰ 'ਤੇ। ਔਰ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹੂੰਗਾ ਕਿ ਬਹੁਤ ਜਗ੍ਹਾ ਅਸੀਂ ਦੇਖਿਆ ਕਿ ਬੋਲੀਆਂ ਵਧਾ ਚੜਾ ਕੇ ਹੁੰਦੀਆਂ ਨੇ। ਸੋ 2018 ਦੇ ਰੂਲ ਦੇ ਵਿੱਚ ਇਹ ਪਾਇਆ ਹੋਇਆ ਸੀਗਾ, ਗਵਰਨਮੈਂਟ ਨੇ ਇਹ ਕਿਹਾ ਸੀਗਾ ਕਿ ਜੇ ਕੋਈ ਬੰਦਾ ਅਨੁਸੂਚਿਤ ਜਾਤੀ ਦਾ ਬੰਦਾ ਜਾਂ 2-4 ਬੰਦੇ ਬੋਲੀ ਨਹੀਂ ਦੇ ਰਹੇ ਤਾਂ ਉਹ ਬੋਲੀ ਨੂੰ ਅਸੀਂ 50% ਤੱਕ ਜਿਹੜੀ ਆਮ ਜ਼ਿਮੀਂਦਾਰ ਨੂੰ ਦੇਣੀ, ਆਮ ਜਰਨਲ ਵਰਗ ਨੂੰ ਬੋਲੀ ਜੋ ਚੁਕੌਤੇ 'ਤੇ ਲੈ ਰਿਹਾ, ਜੋ ਠੇਕੇ 'ਤੇ ਲੈ ਰਿਹਾ, ਉਹਦੇ ਨਾਲੋਂ 50% ਅਸੀਂ ਘਟਾ ਸਕਦੇ ਹਾਂ। ਮਤਲਬ ਫੋਰ ਐਗਜ਼ਾਮਪਲ ਜੇ ਜ਼ਿਮੀਂਦਾਰ ਨੂੰ 30,000 ਰੁਪਏ ਨੂੰ ਠੇਕਾ ਹੋਇਆ ਜ਼ਮੀਨ ਦਾ, ਤਾਂ ਉਹਦੇ 'ਚ ਜੇ ਅਨੁਸੂਚਿਤ ਜਾਤੀ ਦਾ ਕੋਈ ਬੰਦਾ ਨਹੀਂ ਉਸ ਸਮੇਂ 30 ਬੋਲੀ ਦੇਣ ਆ ਰਿਹਾ ਜਾਂ ਬੰਦੇ ਨਹੀਂ ਬੋਲੀ ਦੇ ਰਹੇ ਤਾਂ ਅਗਲੀ ਬੋਲੀ ਦੇ ਵਿੱਚੋਂ 50% ਘਟਾਇਆ ਜਾਣਾ। ਇਟ ਮੀਨਸ ਵੀ 15,000 ਮਿਨੀਮਮ ਜਿਹੜੀ ਹੈਗੀ ਆ ਉੱਥੋਂ ਸ਼ੁਰੂਆਤ ਜਿਹੜੀ ਬੋਲੀ ਦੀ ਹੋਣੀ ਹੈ। ਸੋ ਮੈਂ ਸਰਕਾਰ ਨੂੰ ਇਹ ਵੀ ਅਪੀਲ ਕਰੂੰਗਾ ਕਿ ਜਿੱਥੇ ਕਿਤੇ ਸਾਡੇ ਗਰੀਬ ਲੋਕਾਂ ਨੂੰ, ਕਿਉਂਕਿ ਸਾਡੇ ਕੋਲ ਸੋਰਸਿਸ ਨਹੀਂ ਹੈਗੇ, ਸਾਡੇ ਕੋਲ ਕਮਾਈ ਦੇ ਸਾਧਨ ਨਹੀਂ। ਸਾਡਾ ਹੁਣ 70% ਤੋਂ ਜ਼ਿਆਦਾ ਲੋਕ ਜਿਹੜੇ ਨੇ ਅੱਜ ਪੰਜਾਬ ਦੇ ਦਿਹਾਤੀ ਖੇਤਰ ਦੇ ਵਿੱਚ ਰਹਿ ਰਹੇ ਨੇ। ਸੋ ਉਹ ਦਿਹਾਤੀ ਖੇਤਰ ਦੇ ਵਿੱਚ ਮਜ਼ਦੂਰ ਹੈ, ਉਹਦੇ 'ਚ ਕਿਰਤੀ ਹੈ, ਉਹਦੇ 'ਚ ਭੱਠੇ 'ਤੇ ਕੰਮ ਕਰਨ ਵਾਲਾ, ਉਹਦੇ 'ਚ ਫੈਕਟਰੀ 'ਚ ਕੰਮ ਕਰਨ ਵਾਲਾ ਆਮ ਪਿਸ ਰਿਹਾ, ਇੱਕ ਮਹਿੰਗਾਈ ਨਾਲ ਪਿਸ ਰਿਹਾ ਬੰਦਾ ਰਹਿ ਰਿਹਾ। ਸੋ ਅਸੀਂ
ਅਸੀਂ ਇਹੀ ਮੰਗ ਪੰਜਾਬ ਸਰਕਾਰ ਤੋਂ ਕਰਾਂਗੇ ਕਿ ਇੱਕ ਤਾਂ ਜਿਹੜਾ 5365 ਏਕੜ ਤੁਸੀਂ ਜਿਨ੍ਹਾਂ ਦੇ ਵਾਰੰਟ ਕੱਟੇ ਹੋਏ ਨੇ ਜ਼ਮੀਨਾਂ ਦੇ ਜਾਂ ਤੁਸੀਂ ਛੁਡਾ ਰਹੇ ਹੋ, ਵੈਸੇ ਤਾਂ ਤੁਸੀਂ ਜਿਹੜੀ 36000 ਏਕੜ ਜਿਹੜੀ ਛਡਾਉਣੀ ਹੈ ਜ਼ਮੀਨ, ਔਰ ਉਹਦੇ 'ਚ ਜਿਹੜੀ ਵਾਹੀਯੋਗ ਜ਼ਮੀਨ ਹੈ ਤਾਂ ਘੱਟੋ ਘੱਟ ਸਾਡੇ ਸ਼ਡਿਊਲ ਕਾਸਟ ਲੋਕਾਂ ਨੂੰ ਉਹਦਾ ਬਣਦਾ ਹੱਕ ਆ। ਅਸੀਂ ਕੋਈ ਤੁਹਾਡੇ ਤੋਂ ਕੋਈ ਇੱਦਾਂ ਦੀ ਮੰਗ ਨਹੀਂ ਰੱਖ ਰਹੇ ਵੀ ਸਾਨੂੰ ਕੋਈ ਜਿਹੜਾ ਹੈਗਾ ਦਿੱਤੀ ਜਾਵੇ ਜਾਂ ਸਾਨੂੰ ਤਰਸ ਦੇ ਆਧਾਰ 'ਤੇ ਨਾ ਨਾ ਨਾ, ਸਾਡਾ ਇਹ ਹੱਕ ਹੈ। ਜਦੋਂ ਰੂਲ ਬਣਿਆ, ਐਕਟ ਬਣਿਆ, ਤਾਂ ਤੀਜਾ ਹਿੱਸਾ ਸਾਨੂੰ ਮਿਲਣਾ ਚਾਹੀਦਾ। ਸਾਡੇ ਗਰੀਬ ਲੋਕਾਂ ਨੂੰ, ਸਾਡੇ ਪਿੰਡਾਂ ਦੇ ਲੋਕਾਂ ਨੂੰ ਉਹ ਮਿਲਣਾ ਚਾਹੀਦਾ। ਕਿਉਂਕਿ ਦੇਖੋ ਸੁਖਬੀਰ ਜੀ, ਅੱਜ ਇਕਨੋਮਿਕ ਤੇ ਸਭ ਕੁਝ ਚੀਜ਼ ਖੜੀ ਹੈ, ਤੁਹਾਡੀ ਅਰਥ ਵਿਵਸਥਾ ਤੇ ਸਭ ਕੁਝ ਖੜਿਆ। ਜੇ ਅੱਜ ਤੁਹਾਡੀ ਅਰਥ ਵਿਵਸਥਾ ਡਾਵਾਂਡੋਲ ਹੈ, ਤੁਸੀਂ ਬਹੁਤ ਨਿਚਲੇ ਪਾਏਦਾਨ ਤੇ ਚਲੇ ਗਏ ਹੋ। ਦੇਖੋ ਕੌਨਸਟੀਟਿਊਸ਼ਨ ਨੇ ਵੀ ਅਪਲਿਫਟ ਕਰਨ ਲਈ ਸਾਨੂੰ ਫੰਡਾਮੈਂਟਲ ਰਾਈਟਸ ਦਿੱਤੇ, ਸਾਨੂੰ ਜਗ੍ਹਾ ਜਗ੍ਹਾ ਸਾਨੂੰ ਐਜੂਕੇਸ਼ਨ ਦੇ ਵਿੱਚ, ਸਾਨੂੰ ਨੌਕਰੀਆਂ 'ਚ ਸਾਨੂੰ ਅਪਲਿਫਟ ਕਰਨ ਲਈ ਪ੍ਰਾਵਧਾਨ ਦਿੱਤਾ। ਤਾਂ ਫਿਰ ਕਿਉਂ ਨਹੀਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਲਾਗੂ ਹੁੰਦੀਆਂ ਕਿ ਜਿਹੜਾ ਗਰੀਬ ਬੰਦਾ ਦਿਹਾੜੀ ਮਜ਼ਦੂਰ ਕਰ ਰਿਹਾ ਕਿ ਉਹ ਵੀ 2 ਡੰਗਰ ਆਪਣੇ ਰੱਖ ਲੇ, ਉਹ ਵੀ 2 ਮੱਝਾਂ ਗਾਵਾਂ ਰੱਖ ਲੇ ਆਪਣੀਆਂ, ਉਹ ਵੀ ਕੋਈ ਇਦਾਂ ਦਾ ਪਸ਼ੂ ਪਾਲਣ ਦਾ ਕੋਈ ਸਿਸਟਮ ਲਾਗੂ ਕਰ ਲੇ, ਔਰ ਉਹਦੇ ਲਈ ਉਹਨੂੰ ਜ਼ਮੀਨ ਜਿਹੜੀ ਮਿਲ ਜੇ, ਸਾਂਝੀ ਖੇਤੀ ਲਈ ਮਿਲ ਜੇ, ਚਾਹੇ ਉਹਨੂੰ ਕਾਮਨ ਉਹ ਬੰਦਾ ਲੈ ਲੇ ਉਹ, ਤੇ ਉਹ ਕਿਉਂ ਨਹੀਂ ਉੱਥੇ ਜ਼ਮੀਨ ਤੇ ਕੱਖ ਬੀਜ ਸਕਦਾ, ਜ਼ਮੀਨ ਤੇ ਕਿਉਂ ਨਹੀਂ ਆਪਣੀ ਸਾਲ ਜੋਗੀ ਫਸਲ ਬੀਜ ਸਕਦਾ, ਜ਼ਮੀਨ ਤੇ ਕਿਉਂ ਨਹੀਂ ਉਹ ਆਪਣੇ ਦਾਣੇ, ਆਪਣੀ ਜੀਰੀ ਕਰ ਸਕਦਾ, ਤਾਂ ਕਿ ਉਹ ਵੀ ਬਾਕੀ ਵਰਗਾਂ ਦੇ ਵਾਂਗ ਉਹ ਵੀ ਆਪਣਾ ਪੇਟ ਭਰ ਕੇ ਆਪਣਾ ਗੁਜ਼ਾਰਾ ਕਰ ਸਕੇ। ਜੀ, ਜੇਕਰ ਸਰਕਾਰ ਇਹ ਤੁਹਾਡੀਆਂ ਮੰਗਾਂ ਨਹੀਂ ਮੰਨਦੀ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੋਈ ਧਰਨਾ ਪ੍ਰਦਰਸ਼ਨ ਵੀ ਕਰੋਗੇ ਹੋ? ਬਿਲਕੁਲ ਸੁਖਬੀਰ ਜੀ, ਦੇਖੋ ਅੱਜ ਅਸੀਂ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਅਪੀਲ ਕਰ ਰਹੇ ਹਾਂ 90 ਲੱਖ ਲੋਕਾਂ ਵੱਲੋਂ। ਮੈਂ ਡਾਕਟਰ ਜਤਿੰਦਰ ਸਿੰਘ ਮੱਟੂ, ਕਿਉਂਕਿ ਅਸੀਂ ਲਗਾਤਾਰ ਉਹਨਾਂ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਆ ਸਿਸਟਮ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਮੈਂ ਆਪਣੇ ਇਸ ਵੀਡੀਓ ਦੇ ਮਾਧਿਅਮ ਰਾਹੀਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਔਰ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੂੰ, ਜਿਨ੍ਹਾਂ ਕੋਲ ਪੰਚਾਇਤ ਮਹਿਕਮਾ ਸਾਰਾ, ਸੋ ਉਹਨਾਂ ਨੂੰ ਅਪੀਲ ਇਹ ਕਰਾਂਗੇ ਕਿ ਤੁਸੀਂ ਜਿਹੜਾ ਹੈਗਾ ਇਹਨੂੰ, ਜਿਹੜਾ ਸਾਡਾ ਹੱਕ ਬਣਦਾ, ਰਾਈਟ ਬਣਦਾ ਤੀਜੇ ਹਿੱਸੇ ਦੀ ਜ਼ਮੀਨ, ਔਰ ਜਿਹੜੀ ਜ਼ਮੀਨ ਛੁਡਾ ਰਹੇ ਹੋ, ਇੱਕ ਥੋੜ੍ਹੀ ਜਿਹੀ ਐਡ ਤੁਹਾਡੇ 'ਚ ਇਸ ਬੇਨਤੀ 'ਚ ਹੋਰ ਕਰੂੰਗਾ, ਕਿਉਂਕਿ ਸਾਡੇ ਪਿੰਡਾਂ ਦੇ ਲੋਕਾਂ ਕੋਲ, ਪਿੰਡਾਂ ਦੇ ਵਿੱਚ ਜਮੀ ਘੁਰਨਿਆਂ ਵਰਗੀਆਂ ਥਾਵਾਂ ਨੇ ਜਿੱਥੇ ਸਾਡੇ ਲੋਕ ਰਹਿੰਦੇ ਨੇ। ਬਹੁਤ ਘੱਟ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਆਪਣੇ ਚੰਗੇ ਘਰ ਨੇ। ਜ਼ਿਆਦਾਤਰ ਲੋਕਾਂ ਕੋਲ ਘੱਟੋ ਘੱਟ 60-70% ਲੋਕਾਂ ਕੋਲ ਤਾਂ ਮੰਜਾ ਡਾਉਣ ਜੋਗੀ ਵੀ ਜਿਹੜੀ ਜਗ੍ਹਾ ਨਹੀਂ। ਮੈਂ ਅਕਸਰ ਦਿਖਾਉਂਦਾ ਹੁੰਦਾ ਪਿੰਡਾਂ 'ਚ ਜਾ ਕੇ, ਮੈਂ ਬਹੁਤ ਸਾਰੇ ਮੁੱਦੇ ਜਦੋਂ ਚੱਕਦਾ ਹੁੰਦਾ ਦਿਖਾਉਂਦਾ ਹੁੰਦਾ ਕਿ ਕਿੱਦਾਂ ਇਹਨਾਂ ਦੇ ਘਰ ਨੇ, ਔਰ 4 ਜੀ ਨੇ ਤੇ ਇੱਕ ਸਿੰਗਲ ਕਮਰੇ 'ਚ ਜਿਹੜੇ ਹੈਗੇ ਰਹਿ ਰਹੇ ਨੇ। ਸੋ ਜੇ ਇਹਨਾਂ ਜ਼ਮੀਨਾਂ ਤੁਸੀਂ ਛਡਾ ਰਹੇ ਹੋ, ਦੇਖੋ ਇਹ ਸਰਕਾਰ ਦੀ ਪ੍ਰਾਪਰਟੀ ਹੈ। ਸਰਕਾਰ ਚਾਹੇ ਤਾਂ ਗਰੀਬ ਨੂੰ ਉੱਪਰ ਚੁੱਕਣ ਲਈ ਬਹੁਤ ਕੁਝ ਕਰ ਸਕਦੀ ਹੁੰਦੀ ਹੈ। ਸੋ ਕਾਈਂਡਲੀ ਇਹੋ ਜਿਹੇ ਲੋਕਾਂ ਨੂੰ ਮੈਂ ਕਹਿੰਦਾ ਕਿ ਉਹਨਾਂ ਨੂੰ ਘਰ ਬਣਾਉਣ ਲਈ, ਉਹਨਾਂ ਨੂੰ ਜਗ੍ਹਾ ਉਹਨਾਂ ਦੇ ਪਰਿਵਾਰ ਮੁਤਾਬਕ ਰਹਿਣ ਲਈ ਅਈਆਂ ਥਾਵਾਂ ਤੋਂ ਵਿਸ਼ੇਸ਼ ਤੌਰ 'ਤੇ ਵੱਖਰੇ ਪਲਾਟ ਕੱਟ ਕੇ ਜਿਹੜੇ ਦਿੱਤੇ ਜਾਣ ਉਹਨਾਂ ਨੂੰ, ਤਾਂ ਕਿ ਉਹ ਵੀ ਸਮਾਜ ਦੇ ਵਿੱਚ ਆਪਣੇ ਆਪ ਨੂੰ ਸਮਝ ਸਕਣ ਕਿ ਅਸੀਂ ਆਜ਼ਾਦ ਦੇਸ਼ 'ਚ ਰਹਿ ਰਹੇ ਹਾਂ, ਅਸੀਂ ਕਿਸੇ ਘੁੱਟਣ ਭਰੇ ਮਾਹੌਲ 'ਚ ਨਹੀਂ ਰਹਿ ਰਹੇ, ਅਸੀਂ ਕਿਸੇ ਗੁਲਾਮੀ ਉਹਦੇ 'ਚ ਦੌਰ 'ਚ ਨਹੀਂ ਰਹਿ ਰਹੇ। ਕਿਉਂਕਿ ਜਦੋਂ ਇੱਕ ਬੰਦਾ ਇੰਨੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਧਨਾੜ ਬੰਦੇ ਨੇ, ਕਿਸੇ ਪੂੰਜੀਪਤੀ ਬੰਦੇ ਨੇ ਦੱਬੀ ਹੋਈ ਹੈ, ਇੱਕ ਪਿੰਡ 'ਚ 100 ਕਿੱਲਾ ਦੱਬ ਰੱਖਿਆ, 200 ਕਿੱਲਾ ਦੱਬ ਰੱਖਿਆ, 50 ਕਿੱਲੇ ਦੱਬ ਰੱਖੇ ਨੇ, ਔਰ ਇੱਕ ਗਰੀਬ ਵਿਚਾਰਾ ਉਹ ਕੁੱਲੀ 'ਚ ਮਰ ਰਿਹਾ, ਉਹਦਾ ਰਾਤ ਨੂੰ ਉੱਪਰੋਂ ਮਕਾਨ ਚੋਂਦਾ ਹੁੰਦਾ, ਨਾ ਉਹਦੀ ਛੱਤ ਹੁੰਦੀ ਹੈ, ਔਰ 4 ਮੰਜੇ ਡਾਏ ਹੁੰਦੇ ਨੇ, ਉਹ ਹੈ ਨਾ, ਉਹ ਖੁੰਝੇ 'ਚ ਇਕੱਠੇ ਹੋ ਕੇ ਬਹਿ ਜਾਂਦੇ ਨੇ ਸਾਰੇ। ਮਤਲਬ ਇਹੋ ਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਵੀ ਜਿਨ੍ਹਾਂ ਨੂੰ ਅਸਲ 'ਚ ਜਿਹੜੀ ਚੀਜ਼ ਮਿਲਣੀ ਚਾਹੀਦੀ ਹੈ, ਮੈਂ ਸਮਝਦਾ ਕਿ ਇਸ ਜ਼ਮੀਨ 'ਚੋਂ ਉਹ ਪਲਾਟਾਂ ਲਈ ਵੀ ਜਿਹੜਾ ਹੈਗਾ ਜ਼ਰੂਰ ਉਹਨਾਂ ਦੀ ਰਹਿ ਬਸਰ ਕਰਨ ਲਈ ਠੇਕੇ 'ਤੇ ਤਾਂ ਦੇਣੀ ਤੁਸੀਂ, ਪਲਾਟਾਂ ਲਈ ਵੀ ਰਹਿਣ ਬਸਰ ਲਈ ਇਹ ਜਗ੍ਹਾ ਦਿੱਤੀ ਜਾਵੇ। ਜੇ ਸਰਕਾਰ ਇਹਨੂੰ ਢਿੱਲੇ ਬਸਤੇ 'ਚ ਲੈਂਦੀ ਹੈ ਤਾਂ ਅਸੀਂ ਨਾਲ ਦੀ ਨਾਲ ਸਰਕਾਰ ਨੂੰ ਵੀ ਇਹ ਚੇਤਾਵਨੀ ਮੈਂ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਜਿਹੜੇ ਲੋਕ ਨੇ, ਸਾਡੇ ਪੰਜਾਬ ਦੇ ਵਿੱਚ 34% ਆਬਾਦੀ ਸਾਡੀ ਤੇ 32% ਆਬਾਦੀ ਸਾਡੀ ਜਿਹੜੀ ਹੈਗੀ ਆ ਅਨੁਸੂਚਿਤ ਜਾਤੀਆਂ ਦੀ ਹੈ। ਤਾਂ ਅਸੀਂ ਪੰਜਾਬ ਦੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਹੈ। ਸਾਡੀ ਬੇਨਤੀ ਹੈ, ਜੇ ਨਾ ਇਹ ਮਸਲਾ ਹੱਲ ਹੋਇਆ ਤਾਂ ਉਹ ਸਾਰਾ ਪੰਜਾਬ ਫਿਰ ਸੜਕਾਂ 'ਤੇ ਉਤਰੂਗਾ। ਅਸੀਂ ਫਿਰ ਜੇ ਸਰਕਾਰ ਬਣਾਉਣਾ ਜਾਣਦੇ ਹਾਂ ਤਾਂ ਅਸੀਂ ਝੰਡਾ ਚੱਕਣ ਵੀ ਜਾਣਦੇ ਹਾਂ, ਤੇ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀ ਨੌਬਤ ਨਾ ਆਵੇ। ਸਾਡੇ ਲੋਕਾਂ ਨੂੰ ਜਿਹੜਾ ਪਹਿਲਾਂ ਹੱਕ ਉਹਨਾਂ ਦਾ ਮਿਲ ਰਿਹਾ ਸੀਗਾ ਸਮਕਾ, ਉਹਦੇ ਵਿੱਚ ਕੁਛ ਨਾ ਕੁਛ ਤੁਸੀਂ ਵਾਅਦਾ ਕਰੋ, ਉਸ ਦੇ ਵਿੱਚ ਕੁਛ ਐਡ ਕਰੋ ਕਿ ਇਹਨੂੰ ਤੁਹਾਨੂੰ ਅਪਲਿਫਟ ਕਰਨੀ ਸੀ, ਹੋਰ ਜ਼ਿਆਦਾ ਕੁਛ ਇਹ ਦੇ ਰਹੇ ਹਾਂ। ਸੋ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਅਨੁਸੂਚਿਤ ਜਾਤੀਆਂ ਦੀ ਇਹ ਮੰਗ ਹੈ, ਜਿੰਨੀ ਜਗ੍ਹਾ ਛਡਾ ਰਹੇ ਹੋ ਉਹ ਬਕਾਇਦਾ ਸਾਡਾ ਤੀਜਾ ਹਿੱਸਾ ਅਕੋਰਡਿੰਗ ਟੂ ਸਾਡਾ ਐਕਟ ਹੈ ਜਿਹੜਾ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਰੂਲਸ 1964 6 1 ਔਰ A ਦੇ ਤਹਿਤ, ਉਹ ਤਾਂ ਬਣਦਾ ਹੀ ਹੈ, ਬਣਦਾ ਸਾਡਾ ਦਿਓ। ਨਾਲ ਸਾਨੂੰ ਜਿਹੜੇ ਗਰੀਬਾਂ ਨੂੰ ਪਲਾਟ ਵੀ ਦਿਓ, ਔਰ ਇਹਨਾਂ ਦਾ ਤਾਂ ਕਿ ਰਹਿ ਬਸਰ ਚੰਗਾ ਹੋ ਸਕੇ। ਜੀ ਧੰਨਵਾਦ ਜੀ। ਇਹ ਸਨ ਜਤਿੰਦਰ ਮੱਟੂ ਜੀ, ਜਿਹੜੇ ਹਰੇਕ ਜਿਹੜੀ ਅਨੁਸੂਚਿਤ ਜਾਤੀ ਆ ਉਹਨਾਂ ਦੀ ਆਵਾਜ਼ ਚੱਕਦੇ ਨੇ ਤੇ ਉਹਨੂੰ ਬੁਲੰਦ ਕਰਦੇ ਨੇ। ਤੇ ਇਹਨਾਂ ਨੇ ਹੁਣ ਪੰਜਾਬ ਸਰਕਾਰ ਅੱਗੇ ਆਪਣਾ ਇੱਕ ਮੁੱਦਾ ਰੱਖਿਆ, ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਪੰਚਾਇਤੀ ਬੋਲੀ ਹੁੰਦੀ ਆ ਉਹਦੇ ਵਿੱਚ ਜਿਹੜੇ ਪੰਜਾਬ ਸਰਕਾਰ ਨੇ ਜਿਹੜਾ ਨਵਾਂ ਰੂਲ ਲਾਗੂ ਕੀਤਾ ਉਹ ਹਟਾਇਆ ਜਾਵੇ, ਤਾਂ ਜੋ ਅਨੁਸੂਚਿਤ ਜਾਤੀਆਂ ਨਾਲ ਜਿਹੜਾ ਉਹ ਧੱਕਾ ਨਾ ਹੋਵੇ। ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਇਸ ਤੇ ਕੀ ਐਕਸ਼ਨ ਲੈਂਦੀ ਹੈ। ਕੈਮਰਾਮੈਨ ਅਤੁਲ ਵਰਮਾ ਦੇ ਨਾਲ ਮੈਂ ਸੁਖਵੀਰ ਭੰਗੂ, ਪਟਿਆਲਾ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ
ਫਾਰਮਿੰਗ ਵਿਦ ਅਮਰਜੀਤ ਵੜੈਚ। ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।